भाई साहब भाई जसविंदर सिंह जी जोश अपने गुर ते आसना के संगतां नूं निहाल करनगे। भाई साहब भाई जसविंदर सिंह जी जोश। वाहिगुरू जी का खालसा वाहिगुरू जी की फतेह। जी कृपा करो, कृपा करो दीन के दाते। कृपा करो दीन के दाते। मेरा गुण अवगणना विचारो कोई, माटी का क्या तुम स्वामी, मानस की गत जगत जलता रख ले अपनी कृपा जित द्वारे उबरे तेले हो बड़ा सम्मान मिलता है। मेरे दातिया तेरे दरबार अंदर वो दरते आए न माने नू मान मिलता है। दाता मान वाणिया नू पातशाह मान वाणिया नू तेरे दर तो मिलता है। दाता मान वाणिया नू पातशाह मान वाणिया नू
ਬਖਸ਼ੇ ਮਿਲਖ ਜੰਗੀਰਾਂ ਨੂੰ ਸ਼ਕਤੀ ਨਾਲ ਝੁਕਾਉਂਦਾ ਜੀ ਰਾਜੇ ਅਤੇ ਵਜ਼ੀਰਾਂ ਨੂੰ ਸ਼ਕਤੀ ਨਾਲ ਝੁਕਾਉਂਦਾ ਜੀ ਰਾਜੇ ਅਤੇ ਵਜ਼ੀਰਾਂ ਨੂੰ ਹੋ ਪਰੇ ਝੋਲੀਆਂ ਖਾਲੀ ਰਹਿਮਤ ਬਖਸ਼ਣ ਤਾਰਿਆਂ ਨੂੰ ਤੇਰੇ ਦਰ ਤੋਂ ਮਿਲਦਾ ਦਾਤਾ ਮਾਨ ਮਾਣਿਆਂ ਨੂੰ ਪਾਤਸ਼ਾਹ ਤੇਰੇ ਦਰ ਤੋਂ ਮਿਲਦਾ ਦਾਤਾ ਮਾਨ ਮਾਣਿਆਂ ਨੂੰ आप चला देवे सेवादार सिर छतर सजारी आप चला देवे हो हक दी रोटी खा टुकराता हक दी रोटी खा टुकराता छत्ती खाणिਆਂ ਨੂੰ तेरे दर तो मिलदा दाता मान माया ਨੂੰ पातशाह तेरे दर तो मिलदा दाता मान माया गुरु बना देवे लैने नूं अंग ला के जी अंगद गुरु बना देवे गद्दी ते बठलाउणा है गद्दी ते बठलाउणा है रहमत बख्शण तारिਆਂ ਨੂੰ तेरे दर तो मिलदा दाता मान माणिਆਂ ਨੂੰ पातशाह तेरे दर तो मिलदा दाता मान माणिਆਂ ਨੂੰ सतगुरां दे पावन पवित्र दरबार की हाजरी पंजवां महान गुरमत समागम समूह इलाके दीयां संगतां दे सहयोग दे नाल अते ओ महान अकैडमी जिन्हों किते गुरु कलगीधर पातशाह महाराज जी ने आनंदपुर साहिब की पावन पवित्र धरती की ऐसे खिताब दिते सन। आप मेरे पातशाह महाराज एक विरोधी पार्टी बना देनी एक दूसरे पासे पार्टी बना देनी उन्होंने आपस में जंग कराना। इथों मेरे पातशाह महाराज जी ने गतके की रीत तोरी कि जेड़ा गुरु का खालसा है जेड़ा गुरु का खालसा अपने आप को किसी का वार सहन वास्ते अलर्ट रहता है उहदे वास्ते ये महान सतगुरु पातशाह महाराज जी ने गतके की मर्यादा जिहड़ी गतके की रीत है आनंदपुर साहिब की पावन पवित्र धरती ते ये शुरू की सी। इसे नूं अगाह तोड़दिया होया ये भी नौजवान वीर समुचे वीर नौजवान वीर हर साल उपराला करते हैं ते उपराले दे विच सारियां संगतां इन्हां दा बहुत वड्डा सहयोग दिंदियां ने जो कि विरासत ए खालसा गतका अकैडमी हबोर श्रोमणी शहीद धन धन बाबा जीवन सिंह जी उन्हां दे महान नावां ते
ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਜਿੱਥੇ ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਕਰਦੀ ਹੈ। ਹਰ ਸਾਲ ਹੀ ਮਹਾਨ ਰਹਿਮਤ ਵਰਸਦੀ ਹੈ ਕਿਉਂਕਿ ਐਸੇ ਉਪਰਾਲੇ ਕਰ ਲੈਣੇ, ਉਪਰਾਲਾ ਕਰਨ ਵਾਲਿਆਂ ਤੇ ਬਹੁਤ ਸਾਰੀਆਂ ਉਂਗਲਾਂ ਵੀ ਉੱਠਦੀਆਂ ਨੇ ਕਿ ਇਹ ਹੋ ਗਿਆ ਜੀ, ਉਹ ਹੋ ਗਿਆ, ਪਰ ਜਿਹੜਾ ਧੜਕ ਹੋ ਕੇ ਕੰਮ ਕਰੀ ਜਾਂਦਾ ਨਾ ਜੀ, ਉਹ ਆਪਣੀ ਕੌਮ ਨੂੰ ਅੱਗੇ ਲੈ ਜਾਂਦਾ ਇੱਕ ਦਿਨ ਵਾਸਤੇ। ਸਤਿਗੁਰ ਮਹਾਰਾਜ ਕਿਰਪਾ ਕਰਨ। ਆਓ ਕੁਝ ਕਹਿਣ ਤੋਂ ਪਹਿਲਾਂ, ਕੁਝ ਸਰਵਣ ਕਰਨ ਤੋਂ ਪਹਿਲਾਂ ਪਾਤਸ਼ਾਹ ਮਹਾਰਾਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਉਹਨਾਂ ਵੱਲੋਂ ਬੜੇ ਮਹਿੰਗੇ ਭਾਤੇ ਫਤਿਹ ਲੈ ਕੇ, ਜਿਹੜੀ ਫਤਿਹ ਦੇ ਨਾਲ ਸਾਡੀਆਂ ਸਾਂਝਾਂ ਪਾ ਕੇ ਗਏ ਨੇ, ਜਿਹੜੀ ਫਤਿਹ ਸਾਡੀ ਝੋਲੀ ਵਿੱਚ ਪਾ ਕੇ ਜਦੋਂ ਸਤਿਗੁਰ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਜਦੋਂ ਗੁਰੂ ਕੇ ਸਿੱਖ ਨੂੰ ਮਿਲਦਾ ਹੈ ਉਦੋਂ ਕਿਹੜੀ ਫਤਿਹ ਬੁਲਾਉਣੀ ਹੈ। ਆਓ ਫਿਰ ਆਪਾਂ ਵੀ ਸਾਰੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ, ਨਿਮਾਣਿਆਂ ਦੇ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓਟ ਮੇਰੇ ਸਤਿਗੁਰ ਪਾਤਸ਼ਾਹ ਮਹਾਰਾਜ ਨੂੰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਗੱਦੀ ਦੇ ਸੁਭਾਨ ਉਹ ਨਿਮਾਣਿਆਂ ਨੂੰ ਮਾਣ ਦੇਣ ਵਾਲੀ ਮਹਾਨ ਸ਼ਕਤੀ, ਨਤਾਣਿਆਂ ਦੇ ਤਾਣ ਸਤਿਗੁਰੂ, ਕੋਟਾ ਖੰਡਾ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਨੂੰ ਸੀਸ ਝੁਕਾ ਕੇ ਇੱਕ ਵਾਰੀ ਸ਼੍ਰੋਮਣੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਪਾਵਨ ਪੱਤਰ ਚਰਨਾਂ ਵਿੱਚ ਸੀਸ ਝੁਕਾ ਕੇ ਜਿੰਨੀਆਂ ਵੀ ਸੰਗਤਾਂ ਹਾਜ਼ਰੀ ਭਰੀਆਂ ਨੇ, ਮੇਰੇ ਸਤਿਕਾਰਯੋਗ ਵੀਰ, ਨੌਜਵਾਨ ਵੀਰ, ਸਰਦਾਰ ਸਾਹਿਬਾਨ, ਸਤਿਕਾਰਯੋਗ ਮੇਰੀਆਂ ਭੈਣਾਂ, ਮਾਤਾਵਾਂ, ਬੱਚੇ, ਬੱਚੀਆਂ, ਨੌਜਵਾਨ ਵੀਰ ਸਾਰੀਆਂ ਕੋ ਸੇਵਾ ਕਰ ਰਹੇ ਨੇ, ਉਹ ਇੱਥੇ ਬੈਠ ਕੇ ਆਪਾਂ ਦੀਵਾਨਾਂ ਦਾ ਆਨੰਦ ਮਾਣ ਰਹੇ ਹਾਂ। ਆਓ ਇੱਕ ਵਾਰੀ ਦੋਵੇਂ ਹੱਥ ਜੋੜੋ, ਆਪਣੇ ਹਿਰਦੇ ਦੇ ਸਾਹਮਣੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਫਤਿਹ ਦੀ ਸਾਂਝ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਆਪਣੀਆਂ ਮਨੋਗਰਤੀਆਂ ਗੁਰੂ ਕੇ ਪਾਵਨ ਪੁੱਤਰ ਅਨੰਦਪੁਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਤੇ ਲੈ ਕੇ ਚਲੀਏ, ਜਿੱਥੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਿੰਘਾਂ ਦੀ ਹਿਫਾਜ਼ਤ ਦੀ ਖਾਤਰ ਛੋਟੇ ਛੋਟੇ ਕਿਲੇ ਸਾਰੇ ਨੇ। ਉਹ ਕਿਲੇ ਕਿਹੜੇ ਨੇ? ਇੱਕ ਆਨੰਦਗੜ੍ਹ ਦਾ ਕਿਲਾ, ਇੱਕ ਹੋਲਗੜ੍ਹ ਦਾ ਕਿਲਾ, ਇੱਕ ਆਨੰਦਗੜ੍ਹ ਦਾ ਕਿਲਾ, ਹੋਲਗੜ੍ਹ ਦਾ ਕਿਲਾ, ਇੱਕ ਹੋਰ ਸਾਰੇ ਬਹੁਤ ਸਾਰੇ ਕਿਲੇ ਨੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਨੇ। ਇੱਕ ਇਹ ਦਾਸਤਾਨ ਹੈ ਜਿਹੜੀ ਉਹ ਹੈ ਲੋਹਗੜ੍ਹ ਦੇ ਕਿਲੇ ਦੀ। ਜਦੋਂ ਆਪਾਂ ਰੇਲਵੇ ਟਰੈਕ ਨੂੰ ਕ੍ਰਾਸ ਕਰੀਏ ਦਿਨ ਛਿਪਦੇ ਬਾਅਦ ਉੱਥੇ ਇੱਕ ਛੋਟਾ ਜਿਹਾ ਕਿਲਾ ਆਉਂਦਾ, ਉਸ ਕਿਲੇ ਦਾ ਨਾਮ ਹੈ ਲੋਹਗੜ੍ਹ ਦਾ ਕਿਲਾ। ਕਹਿੰਦੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਕੁਝ ਗਿਣਤੀ ਦੇ ਸਿੱਖ ਰਹਿੰਦੇ ਨੇ, ਸਤਿਗੁਰਾਂ ਦੇ ਆਲੀਸ਼ਾਨ ਘੋੜੇ ਰਹਿੰਦੇ ਨੇ। ਆ ਜਿਵੇਂ ਇਹ ਵਿਰਾਸਤ ਦੇ ਖਾਲਸਾ ਗੱਤਕਾ ਅਕੈਡਮੀ ਵਾਲਿਆਂ ਦੇ ਯੂਨੀਫਾਰਮ ਪਾਈ ਹੋਈ ਹੈ, ਇਸ ਤਰ੍ਹਾਂ ਗੱਤਕੇ ਵਾਲੇ ਵੀਰ ਨੇ ਜਿਹੜੇ ਉਹ ਲੋਹਗੜ੍ਹ ਦੇ ਕਿਲੇ ਵਿੱਚ ਰਹਿੰਦੇ ਨੇ। ਇਸ ਲੋਹਗੜ੍ਹ ਦੇ ਕਿਲੇ ਨੂੰ ਤੋੜਨ ਵਾਸਤੇ 22 ਤਿਹਾਰ ਦੇ ਪਹਾੜੀ ਰਾਜਿਆਂ ਨੇ ਦਿੱਲੀ ਦੇ ਵਿੱਚ ਮੀਟਿੰਗ ਸੱਦੀ ਹੈ ਜੀ। ਦਿੱਲੀ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਅੱਡੋ ਅੱਡ ਰਾਜਾ ਕੇਸਰੀ ਚੰਦ ਅਤੇ ਭੀਮ ਚੰਦ ਕਹਿਲੂਰ ਦਾ ਬਾਦਸ਼ਾਹ ਆਪਸ ਵਿੱਚ ਦੇ ਸਾਲੇ ਭੜੋਈਏ ਦੀ ਰਿਸ਼ਤੇਦਾਰੀ ਰੱਖਦੇ ਨੇ। ਕਹਿੰਦੇ ਮੀਟਿੰਗ ਦਿੱਲੀ ਦੇ ਵਿੱਚ ਸੱਦੀ ਹੈ, ਉਹ ਆਪਣੇ ਅਹਿਲਕਾਰਾਂ ਤੋਂ, ਵਜ਼ੀਰਾਂ ਤੋਂ ਰਾਏ ਲੈ ਰਿਹਾ ਵੀ ਜਿਹੜਾ ਲੋਹਗੜ੍ਹ ਦਾ ਕਿਲਾ ਨਾ ਜੀ ਇਹਨੂੰ ਤੋੜਿਆ ਕਿਵੇਂ ਜਾਵੇ। ਆਪੋ ਆਪਣੀ ਬੁੱਧ ਮੇਰੇ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਹਿਨ ਤੋਹੇ ਦੇਤੀ। ਕੋਈ ਆਪਣੀ ਚੇਅਰ ਤੋਂ ਖੜਾ ਹੋ ਕੇ ਕਿਸੇ ਤਰ੍ਹਾਂ ਦੀ ਐਡਵਾਈਸ ਦੇ ਰਿਹਾ, ਕੋਈ ਕਿਸੇ ਤਰ੍ਹਾਂ ਦੀ ਰਾਹ ਦੇ ਰਿਹਾ। ਅਖੀਰ ਵਿੱਚ ਸਾਰੇ ਕਹਿੰਦੇ, ਕੇਸਰੀ ਚੰਦ ਨੂੰ ਕਹਿੰਦੇ ਜੀ ਤੁਹਾਡਾ ਕੀ ਹੁਕਮ ਹੈ, ਤੁਸੀਂ ਇਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋ, ਤੁਸੀਂ ਇਸ ਮੀਟਿੰਗ ਦੀ ਲੋਹਗੜ੍ਹ ਦੇ ਕਿਲੇ ਨੂੰ ਤੋੜਨ ਵਾਸਤੇ ਮੀਟਿੰਗ ਸੱਦੀ ਹੈ, ਤੁਹਾਡਾ ਕੀ ਵਿਚਾਰ ਹੈ? ਸਾਡੀ ਰਾਏ ਰਹੀ ਹੈ, ਤੁਸੀਂ ਐਡਵਾਈਸ ਲਈ ਹੈ, ਅਸੀਂ ਤੁਹਾਡੇ ਮੰਤਰੀ ਹਾਂ, ਅਸੀਂ ਤੁਹਾਡੇ ਅਹਿਲਕਾਰ ਹਾਂ। ਤੇ ਕਹਿੰਦੇ ਆਪਣੀ ਕੁਰਸੀ ਤੋਂ ਖੜਾ ਹੋ ਕੇ ਨਾ ਰਾਜਾ ਕੇਸਰੀ ਚੰਦ ਭਰਿਆ ਹੰਕਾਰ ਦਾ ਇੱਕ ਵਿਦਵਾਨ ਨੇ ਚੰਦ ਸਤਰਾਂ ਬੜੀਆਂ ਸੁੰਦਰ ਲਿਖੀਆਂ। ਉਹ ਕਹਿੰਦਾ ਕਿਹਾ ਕੇਸਰੀ ਚੰਦ ਨੇ ਉੱਠ ਕੇ ਤੇ ਜਿਹੜਾ ਭਰਿਆ ਹੋਇਆ ਬਹੁਤੇ ਹੰਕਾਰ ਦਾ ਸੀ, ਤੀਰ ਅੰਦਾਜ਼ ਸੀ, ਬਲਵਾਨ ਸੀ, ਤੀਜਾ ਹੌਸਲਾ ਦਿੱਲੀ ਸਰਕਾਰ ਦਾ ਸੀ। ਵਿੱਚ ਜੰਗ ਦੇ ਉਸ ਨੂੰ ਵੇਖ ਲੂ ਮੈਂ ਜਿਹੜਾ ਕਿਲੇ ਅੰਦਰ ਡਿੰਗਾ ਮਾਰਦਾ ਸੀ। ਉਹ ਸੇਵਕ ਆਖਦਾ ਉਹਨਾਂ ਦਾ ਇਕੱਠ ਕਿੰਨਾ ਇਕੱਠ ਆ ਜੀ? 1,57,000 ਦਾ ਸੀ। ਇਧਰ ਗਿਣਤੀ ਦੇ ਸਿੱਖ ਬਾਣਿਆਂ ਦੇ ਵਿੱਚ ਮੇਰੇ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਯੂਨੀਫਾਰਮ ਦੇ ਵਿੱਚ, ਉਧਰ ਹੰਕਾਰ ਦੇ ਭਰੇ ਰਾਜੇ। ਉਹ ਕਹਿੰਦਾ ਰਾਜਾ ਕੇਸਰੀ ਚੰਦ ਆਪਣੀ ਚੇਅਰ ਤੋਂ ਖੜਾ ਹੋ ਕੇ ਜਿਹੜਾ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ, ਉਹ ਕਹਿੰਦਾ ਇੱਕ ਲਿਓ ਹਾਥੀ, ਉਹਨੂੰ ਮਨ ਪੱਕੀ ਸ਼ਰਾਬ ਪਿਲਾ ਦਿਓ, ਮੱਥੇ ਤੇ 7 ਤਵੀਆਂ ਮੀਟ ਦਿਓ। ਕਹਿੰਦੇ ਰੱਜਾ ਸ਼ਰਾਬ ਦੇ ਨਾਲ ਹਾਥੀ ਉਹ ਲੋਹਗੜ੍ਹ ਦੇ ਕਿਲੇ ਦੇ ਨਾਲ ਟੱਕਰਾਂ ਮਾਰ ਕੇ ਕਿਲਾ ਤੋੜ ਦੇਗਾ, ਦਰਵਾਜ਼ਾ ਤੋੜ ਦੇਗਾ, ਅੰਦਰ ਵੜ ਜਾਏਗਾ, ਆਪਣੀ ਜਿੱਤ ਹੋ ਜਾਏਗੀ। ਉਹ ਹੰਕਾਰ ਦਾ ਭਰਿਆ ਰਾਜਾ ਕੇਸਰੀ ਚੰਦ ਕੁਝ ਸਤਰਾਂ ਉਹਨਾਂ ਆਪਣੇ ਅਹਿਲਕਾਰਾਂ, ਮੰਤਰੀਆਂ, ਵਜ਼ੀਰਾਂ ਨੂੰ ਸਮਝਾਉਂਦਾ ਹੋਇਆ ਕੀ ਕਹਿੰਦਾ, ਆਓ ਸਾਖੇ ਦੇ ਰੂਪ ਵਿੱਚ ਸਰਵਣ ਕਰੀਏ। ਚਾਰ ਗਾੜੀ ਥਾ ਕਿਉਂ ਬੇਨਤੀ ਕਰ ਰਹੇ ਜੀ।
ਕੱਲ ਸਵੇਰ ਨੂੰ ਮਾਂ ਦੇ ਨਾਲ ਰਜਾਈਏ ਹੋ ਹਾਥੀ ਕੱਲ ਸਵੇਰ ਨੂੰ ਮਾਂ ਦੇ ਨਾਲ ਰਜਾਈਏ ਹਾਥੀ ਕੱਲ ਸਵੇਰ ਨੂੰ ਮਾਂ ਦੇ ਨਾਲ ਰਜਾਈਏ ਕਰਕੇ ਕਿਲੇ ਨੂੰ ਦਰਵਾਜ਼ਾ ਢਾਈਏ ਕਹਿੰਦਾ ਸਿੱਧਾ ਕਰਕੇ ਕਿਲੇ ਨੂੰ ਦਰਵਾਜ਼ਾ ਢਾਈਏ ਸਿੱਧਾ ਕਰਕੇ ਕਿਲੇ ਨੂੰ ਦਰਵਾਜ਼ਾ ਢਾਈਏ ਸਿੱਧਾ ਕਰਕੇ ਕਿਲੇ ਨੂੰ ਦਰਵਾਜ਼ਾ ਢਾਈਏ ਤਰੀਕੇ ਨਾਲ ਰੋਜ਼ ਦੀ ਅੱਖ ਮਕਾਈਏ ਅੱਖ ਮਕਾਈਏ ਇਸ ਤਰੀਕੇ ਨਾਲ ਰੋਜ਼ ਦੀ ਅੱਖ ਆਈਏ ਇਸ ਤਰੀਕੇ ਨਾਲ ਰੋਜ਼ ਦੀ ਅੱਖ ਮਕਾਈਏ ਇਸ ਤਰੀਕੇ ਨਾਲ ਰੋਜ਼ ਦੀ ਅੱਖ ਮਕਾਈਏ ਅਤੇ ਮੇਰੇ ਸਤਿਕਾਰਯੋਗ ਸਵਰਗਵਾਸੀ ਸਰਦਾਰ ਜਗਮੀਤ ਸਿੰਘ ਜੀ ਰੱਤਾ ਉਸਤਾਦ ਜੀ ਜਿਨ੍ਹਾਂ ਨੂੰ ਇਹਨਾਂ ਬੱਚਿਆਂ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਉਹਨਾਂ ਦੇ ਨਾਂ ਤੇ ਸਮੁੱਚੀ ਅਕੈਡਮੀ ਵੱਲੋਂ ਬਹੁਤ ਸਾਰਾ ਮਾਨ 100 ਰੁਪਏ ਆਇਆ ਹੈ। ਧੰਨਵਾਦ ਸਵਰਗਵਾਸੀ ਜਥੇਦਾਰ ਜਗਮੀਤ ਸਿੰਘ ਜੀ ਉਸਤਾਦ ਜੀ ਰੱਤਾ ਉਹਨਾਂ ਦਾ ਪਰਿਵਾਰ ਦਾ ਵੀ ਧੰਨਵਾਦ ਉਹਨਾਂ ਦੇ ਸਮੁੱਚੇ ਸਹਿਯੋਗੀਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਗੱਤਕਾ ਵਿਰਾਸਤ ਦੇ ਖਾਲਸਾ ਗੱਤਕਾ ਅਕੈਡਮੀ ਕਿਉਂਕਿ ਇਹ ਨਹੀਂ ਜੇ ਇਹ ਇਕੱਲੇ ਨਗਰ ਕੀਰਤਨਾਂ ਦੇ ਵਿੱਚ ਜਾ ਕੇ ਜਿਹੜੇ ਨੇ ਗੱਤਕੇ ਦੇ ਜੋਰ ਦਿਖਾਉਂਦੇ ਆ ਦੇਖੋ ਜਦੋਂ ਕਿਤੇ ਸਾਡੇ ਤੇ ਭੀੜ ਬਣ ਪੈਂਦੀ ਹੈ ਨਾ ਇਕੱਲੇ ਹੋਏ ਤੇ ਬੰਦਾ ਜਿਹੜਾ ਇਹਦੇ ਦਾਅ ਪੇ ਜਾਣਦਾ ਹੁੰਦਾ ਉਹ ਫਿਰ ਕਿਸੇ ਤੋਂ ਧੋਖਾ ਨਹੀਂ ਖਾਂਦਾ ਉਹ ਕਿਸੇ ਤੋਂ ਸੱਟ ਨਹੀਂ ਖਾਂਦਾ ਜੇ ਇਸ ਗੱਤਕੇ ਦੇ ਅਸੀਂ ਗੁਰ ਸਿੱਖੇ ਹੋਣਗੇ ਕਿਉਂਕਿ ਗੁਰ ਬੜੇ ਮਹਿੰਗੇ ਹੈ ਤੇ ਗੁਰ ਬੜੇ ਵਧੀਆ ਇਸ ਨੂੰ ਸਿੱਖਣ ਵਾਸਤੇ ਹੀ ਆ ਛੋਟੇ ਛੋਟੇ ਬੱਚੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਨਰੇਸ਼ਨ ਹੈ ਇਹਨਾਂ ਨੂੰ ਸਿਖਾਉਣ ਵਾਸਤੇ ਹੀ ਗੱਤਕਾ ਅਕੈਡਮੀ ਹੈ ਜਿਹੜੀ ਇਹ ਖੋਲੀ ਗਈ ਹੈ ਆਪਾਂ ਇਹਨਾਂ ਦਾ ਰਿਸਪੌਂਸ ਕਰਨਾ ਸਹਿਯੋਗ ਦੇਣਾ ਕਿਵੇਂ ਦੇਣਾ ਕਿ ਹਰ ਸਾਲ ਹੀ ਜਿਹੜਾ ਆਪਾਂ ਇਹ ਸਾਰਾ ਸਹਿਯੋਗ ਕਰਦੇ ਹਾਂ ਤੇ ਇਹਨਾਂ ਦਾ ਬਸ ਆਹੀ ਸਹਿਯੋਗ ਹੈ ਨਾਲ ਚੱਲਿਆ ਕਰੋ ਆਪਣੇ ਪਰਿਵਾਰ ਦੀ ਕੀਤੀ ਦੇਖ ਨੂੰ ਸਫਲਾ ਕਰਿਆ ਕਰੋ ਦਸਵੰਧ ਨੂੰ ਸਫਲਾ ਕਰਿਆ ਕਰੋ ਆ ਦਸਵੰਧ ਦੇ ਨਾਲ ਹੀ ਏਡੇ ਏਡੇ ਵੱਡੇ ਜਿਹੜੇ ਟੈਂਟ ਨੇ ਉਹ ਲੱਗਦੇ ਨੇ ਏਡੇ ਦਸਵੰਧ ਦੇ ਨਾਲ ਹੀ ਸਾਰਾ ਕੁਝ ਹੁੰਦਾ ਜਦੋਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਸੀ ਨਾ ਸੈਦੇ ਮਲਾਹ ਨੂੰ ਕਹਿੰਦੇ ਸੈਦਿਆ ਤੇਰਾ ਭਾੜਾ ਕਿੰਨਾ ਬਣਦਾ ਤੇਰੀ ਮਜ਼ਦੂਰੀ ਕਿੰਨੀ ਬਣਦੀ ਹੈ ਤੇਰਾ ਕਿਰਾਇਆ ਕਿੰਨਾ ਬਣਦਾ ਉਦੋਂ ਸੈਦੇ ਮਲਾਹ ਨੇ ਆਖਿਆ ਸੀ ਮਹਾਰਾਜ ਕਿੱਦਾਂ ਲੈ ਲਾ ਮਜ਼ਦੂਰੀ ਮੈਂ ਆਪ ਜੀ ਤੋਂ ਮੈਂ ਤਾਂ ਪ੍ਰੇਮ ਦਾ ਕੀਤਾ ਵਪਾਰ ਲਾਤਾ ਸੇਵਕ ਆਖਦਾ ਆਪਣੀ ਜਾਤੀ ਕੋ ਮੈਨੂੰ ਕਰਿਓ ਕਬਸਾ ਕਰੋ ਪਾਰ ਦਾਤਾ ਮੇਰੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਹੀਂ ਸੈਦਿਆ ਇਹ ਮਾਇਆ ਦੇ ਨਾਲ ਕਾਜ ਸੰਸਾਰ ਦੇ ਹੁੰਦੇ ਆ ਮਾਇਆ ਦੇ ਨਾਲ ਹੀ ਕਾਜ ਨੇ ਜਿਹੜੇ ਇਹ ਸੰਸਾਰ ਦੇ ਹੁੰਦੇ ਆ ਤੇਰੀ ਮਿਹਨਤ ਦੱਸ ਕਿੰਨੀ ਬਣਦੀ ਹੈ ਫਿਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਇੰਨੀ ਮਾਇਆ ਦਿੱਤੀ ਸੱਤ ਕੁਲਾਂ ਨੇ ਜਿਹੜੀਆਂ ਉਹਦੀਆਂ ਉਹ ਤਰ ਗਈਆਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ 21 ਕੁਲਾਂ ਤਾਰ ਕੇ ਉਹ ਸੈਦੇ ਮਲਾਹ ਨੂੰ ਛਾਤੀ ਦੇ ਨਾਲ ਲਾ ਕੇ ਏਡਾ ਵੱਡਾ ਪਿਆਰ ਬਖਸ਼ਿਸ਼ ਕੀਤਾ ਸੀ ਕਹਿੰਦੇ ਉਧਰ ਕੀ ਹੋਇਆ 22 ਤਿਹਾਰ ਦੇ ਪਹਾੜੀ ਰਾਜਿਆਂ ਨੇ ਕਹਿੰਦਾ ਇੱਕ ਲਿਆਓ ਹਾਥੀ ਉਹਨੂੰ ਮਨਪੰਤੀ ਪਿਲਾਓ ਸ਼ਰਾਬ ਉਹਦੇ ਮੱਥੇ ਤੇ ਵੀੜੋ 7 ਤਵੀਆਂ ਉੱਤੇ ਪਾ ਦਿਓ ਝੋਲਾ ਰੱਜਿਆ ਸ਼ਰਾਬ ਦੇ ਨਾਲ ਹਾਥੀ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੇ ਤੋੜ ਦੇਗਾ ਅੰਦਰ ਵੜ ਦੇਗਾ ਕੁਚਲ ਕੇ ਹਾਥੀ ਜਿਹੜਾ ਗੁਰੂ ਕੇ ਉਹ ਸਿੱਖਾਂ ਦੀ ਗਿਣਤੀ ਦੇ ਉਹਨਾਂ ਨੂੰ ਖਤਮ ਕਰ ਦੇਗਾ ਆਪਣੀ ਜਿੱਤ ਹੋ ਜਾਏਗੀ ਕਹਿੰਦੇ ਤਰੀਕਾ ਬੜਾ ਵਧੀਆ ਜੀ ਸੌਖਾ ਹੈ ਇਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਵੀ ਪਤਾ ਲੱਗਿਆ ਕਿਉਂਕਿ ਉਹਨਾਂ ਦੀ ਘਿਨਾਉਣੀ ਹਰਕਤ ਦਾ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਮੇਰੇ ਪਾਤਸ਼ਾਹ ਮਹਾਰਾਜ ਨੂੰ ਇੱਥੇ ਸੁਜੀ ਨੇ ਦੱਸਿਆ ਕਹਿੰਦਾ ਮਹਾਰਾਜ ਉਹਨਾਂ ਨੇ ਤਾਂ ਹਾਥੀ ਤਿਆਰ ਕਰ ਲਿਆ ਕਹਿੰਦੇ ਰਾਸ ਦੇ ਟਾਈਮ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਮਹਾਰਾਜ ਦੀਵਾਨ ਸਜਾ ਕੇ ਬੈਠੇ ਨੇ ਸੰਤਾਂ ਦੇ ਨਾਲ ਉਹਨਾਂ ਦੇ ਨਾਲ ਕਥਾ ਵਿਚਾਰਾ ਕਰ ਰਹੇ ਨੇ ਗੁਰਬਾਣੀ ਦੀ ਇਤਿਹਾਸ ਦੀ ਵਿਚਾਰ ਕਰ ਰਹੇ ਨੇ ਕਹਿੰਦੇ ਇੰਨੇ ਦੇਰ ਵਿੱਚ ਨਾ ਕਹਿੰਦੇ ਲੋਹਗੜ੍ਹ ਦੇ ਕਿਲੇ ਦਾ ਜਿਹੜਾ ਇੰਚਾਰਜ ਆ ਦੁਨੀ ਚੰਦ
ਲੋਹਗੜ੍ਹ ਦੇ ਇੰਚਾਰਜ ਦਾ ਦੁਨੀ ਚੰਦ ਸੀਗਾ ਜਿਹੜਾ ਉੱਥੇ ਰਹਿੰਦੇ ਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਦਾ ਸੀ, ਸਾਰਾ ਕੁਝ ਉਹਨਾਂ ਦੇ ਬਸਤਰ ਸਾਫ਼ ਕਰਦਾ ਸੀ, ਸਾਰਾ ਕੰਮ ਹੈ ਜਿਹੜਾ ਉੱਥੇ ਤਿਆਰ ਕਰਦਾ ਸੀ। ਕਿਉਂਕਿ ਇਹਦੇ ਵਿੱਚ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਛੋਟੀ ਜਿਹੀ ਫੈਕਟਰੀ ਸੀ ਜਿਹਦੇ ਵਿੱਚ ਵਰਸ਼ੇ, ਜਿਹਦੇ ਵਿੱਚ ਕੁਹਾੜੀਆਂ, ਜਿਹਦੇ ਵਿੱਚ ਨੇਜੇ, ਜਿਹਦੇ ਵਿੱਚ ਤਲਵਾਰਾਂ ਇਹ ਬਣਾਈਆਂ ਜਾਂਦੀਆਂ ਸਨ। ਉਹਨਾਂ ਨੂੰ ਪਤਾ ਸੀ ਬਾਈ ਬਹਾਰ ਦੇ ਪਹਾੜੀ ਰਾਜਿਆਂ ਨੂੰ ਕਿ ਸਰਦਾਰਾਂ ਦੇ ਮਹਾਰਾਜਿਆਂ ਦੇ ਇੱਥੇ ਜਿਹੜੇ ਹਥਿਆਰ ਨੇ, ਜਿਹੜੇ ਗੱਜਕੇ ਖੇਡਣ ਵਾਲੇ ਬਿਲਕੁਲ ਰੈਡੀ ਹਥਿਆਰ ਨੇ, ਉਹ ਇੱਥੇ ਹੈ, ਸਾਡੀ ਜਿੱਤ ਹੋ ਜਾਣੀ ਹੈ। ਜਦੋਂ ਅਸੀਂ ਇਹਨਾਂ ਨੂੰ ਖਤਮ ਕਰ ਦਿੱਤਾ, ਕਹਿੰਦੇ ਮੇਰੇ ਪਾਤਸ਼ਾਹ ਮਹਾਰਾਜ ਰਹਿ ਰਾਸ ਦੇ ਟਾਈਮ ਤੋਂ ਪਹਿਲਾਂ ਦੀਵਾਨ ਸਜਾ ਕੇ ਬੈਠੇ। ਜਦੋਂ ਲੋਹਗੜ੍ਹ ਦੇ ਕਿਲੇ ਦਾ ਇੰਚਾਰਜ ਦੁਨੀ ਚੰਦ ਸਰਦਾਰਾਂ ਨੂੰ ਆ ਕੇ ਨਮਸਕਾਰ ਕਰਕੇ ਬੈਠਣ ਲੱਗੇ ਨਾ, ਸਰਦਾਰਾਂ ਦੇ ਨੇਤਰ ਖੁੱਲ ਗਏ। ਕਹਿੰਦੇ ਰਹਿ ਰਾਸ ਦੇ ਟਾਈਮ ਤੋਂ ਕੁਝ ਪਹਿਲਾਂ ਸਤਿਗੁਰ ਬੈਠੇ ਦੀਵਾਨ ਸਜਾਏ ਕੇ ਤੇ ਅੱਖ ਖੁੱਲੀ ਤੇ ਵੇਖਿਆ ਦੁਨੀ ਚੰਦ ਨੂੰ ਬੈਠਣ ਲੱਗਾ ਸੀ ਫਤਿਹ ਬੁਲਾਏ ਕੇ ਤੇ ਹਾਥੀ ਨਾਲ ਲੜੇਗਾ ਇਹ ਹਾਥੀ कहता सेवका सतगुरु मुस्कुराए के गए। सतगुरां दे जदों नेत्र खुले ना ते दुनी चंद जदों आके मत्था टेकन लग्या, बैठन लग्या, सतगुरु कहन लगे फिर की होया जे बाई बहार दे पहाड़ी राजा ने हाथी तैयार कीता आ जिहड़ा साडा हाथी है ना ये उस हाथी दा मुकाबला करेगा। जदों ना लिया ना सतगुरां ने दुनी चंद दा फिर पैरों हेठों जमीन निकल गई, जेड़ा खून सी वो पानी बन गया। कह लगे महाराज किसी ने मेरी शिकायत नहीं करती तुहाडे कोले आ गए भी दुनी चंद जेड़ा लोहगढ़ के किले दे विच प्रसादे कच्चे रखदा है, दाल कच्ची रखदा है, एदी सजा तुसीं मैनूं हाथी नाल लड़ा के खत्म करना चाहुंदे हो। सतगुर पातशाह महाराज कहने लगे नहीं दुनी चंदा तेरी जित होनी है, तू तैयारी कर। बड़े आने बहाने लाए, आसे पासे जुगाड़ किया पर नहीं चलिया। सतगुर पातशाह महाराज कहने लगे दुनी चंदा तेरी जित होनी है, तू तैयारी कर। सतगुरां दे सामने कहन लगा कहना महाराज मेरे जेड़े कम्मां दी डिटेल है ना पहले ये सुन लो। सतगुर महाराज तो जानी जान सा भी इन्हें भजना है, कहते कि सुना भी की है। कहना महाराज जी मेरे तो बिना पहले तो मेन गल है भी जेड़ा लोहगढ़ दे किले दा दरवाजा ना ये मेरे तो बाद कोई बंद नहीं कर सकता ते कोई खोल नहीं सकता। सतगुर कहन लगे होर अगे, कहना अगे महाराज ये है मेरे तो बिना कोई देग है जेड़ी वो वरता नहीं सकता, बढ़ा नहीं सकता ते पातशाह महाराज फिर ये जेड़े काम ने वो कौन करूगा। सतगुर महाराज कहन लगे होर दूसरा वचन है तेरी जित हो जानी है। कहना महाराज फिर एक वचन होर सुन लो। कहंदे केड़ा? वो कहना महाराज आ जिहड़ी देग वध जांदी है, आ जिहड़ी दाल वध जांदी है, ये भी फिर मैं ही समाप्त करनी हुंदी है पातशाह महाराज जी। क्योंकि जिहड़े रागी ढाडी प्रचारक जिहड़े हुंदे आ ना बेचारे ग्रंथी सिंह हुंदे आ, इन्हां दा नाम ही बदनाम हुंदा भी कहंदे सारी देग छक गए। क्योंकि घर घर दे विच जाके चंगा खाना, चंगा लंगर छकना ते वेट तापे वध जांदा है, देख के इन्हां दा वैसे ही नाम लग जांदा है। कहंदे सतगुरां दे सामने खलो के दुनी चंद कहन लगे महाराज मेरे काम दी डिटेल सुन लो। कहंदा आखिर तां मैं बंदा हां पत्थर दा घड़िया नहीं, हाथी नाल गुरु जी बैठो जाना लड़िया नहीं, चाह जाना घड़िया था है क्यों बेनती कर रहे जी।
ਖਾਸ ਪੜੇਲ ਮੇਰੇ ਨੇ, ਕਿਉਂਕਿ ਹੱਕ ਪਰਾਇਆ ਨਾਨਕਾ ਉਹ ਸੋਰਸਦਾ, ਕਿਉਂਕਿ ਕਿਸੇ ਦਾ ਟਾਈਮ ਹੈ ਜਿਹੜਾ ਉਹ ਨਹੀਂ ਖਾਣਾ ਚਾਹੀਦਾ। 2 ਮਿੰਟ ਹਜੇ ਮੇਰੇ ਬਾਕੀ ਰਹਿੰਦੇ ਨੇ। ਧੰਨਵਾਦ ਗੁਰੂ ਕੇ ਸੰਗਤਾਂ ਦਾ ਬੇਅੰਤ ਮਾਨ। ਸਾਡੇ ਤੋਂ ਬਾਅਦ ਬੀਬੀਆਂ ਨੇ, ਬੀਬੀ ਜਸਵਿੰਦਰ ਕੌਰ ਜੀ, ਸਤਿਕਾਰਯੋਗ ਸਰਦਾਰ ਗੁਰਤੇਜ ਸਿੰਘ ਜੀ, ਉਹਨਾਂ ਦੀਆਂ ਬੱਚੀਆਂ, ਉਹਨਾਂ ਵੱਲੋਂ ਬਹੁਤ ਸਾਰਾ ਮਾਨ ਆਇਆ। ਭੈਣਾਂ ਵੱਲੋਂ, ਵੀਰਾਂ ਵੱਲੋਂ, ਸਾਰੀ ਵਿਰਾਸਤ ਦੇ ਖਾਲਸਾ ਗੱਤਕਾ ਅਕੈਡਮੀ, ਉਹਨਾਂ ਦੇ ਸਮੁੱਚੇ ਵੀਰ ਵੱਲੋਂ ਬਹੁਤ ਸਾਰਾ ਮਾਨ। ਸਵਰਗਵਾਸੀ ਉਸਤਾਦ ਜੀ ਜਗਮੀਤ ਸਿੰਘ ਜੀ ਰੱਤਾ, ਉਹਨਾਂ ਦੇ ਨਾਲ ਬਹੁਤ ਸਾਰਾ ਇਤਿਹਾਸ ਭੇਟ, ਬਹੁਤ ਸਾਰਾ ਮਾਨ ਆਇਆ ਹੈ। ਆਓ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹਨਾਂ ਮਾਨ ਸਨਮਾਨ ਬਖਸ਼ਿਸ਼ ਕੀਤਾ ਹੈ। ਸਮੁੱਚੀ ਵਿਰਾਸਤ ਦੇ ਖਾਲਸਾ ਗੱਤਕਾ ਅਕੈਡਮੀ, ਉਹਨਾਂ ਦੇ ਸਮੁੱਚੇ ਵੀਰਾਂ ਦਾ, ਸਾਰੇ ਟੀਮ ਦਾ, ਉਹਨਾਂ ਦੀ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਸ਼ਹੀਦ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਉਹਨਾਂ ਦੀ ਸਮੁੱਚੀ ਫੁਲਵਾੜੀ ਜਿਹੜੀ ਇੱਥੇ ਬੈਠੀ ਹੋਈ ਹੈ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਆਓ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ 700 ਮੇਲ ਦੇ ਮਾਹਵਾਕ ਅਨੁਸਾਰ। ਪਿਛਲੇ ਸਾਲ ਵੀ ਇਹਨਾਂ ਨੇ ਮਾਨ ਸਨਮਾਨ ਬਖਸ਼ਿਸ਼ ਕੀਤਾ ਸੀ, ਇਸ ਵਾਰ ਵੀ ਬਖਸ਼ਿਸ਼ ਕੀਤਾ ਹੈ। ਆਓ ਇੰਨੀ ਸੇਵਾ ਪ੍ਰਵਾਨ ਕਰਨੀ, ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂ ਬਾਬਾ ਸੁੱਖਾ ਸਿੰਘ ਜੀ ਔਰ ਬਾਬਾ ਕਾਤਬਾਲ ਸਿੰਘ ਜੀ, ਇਹਨਾਂ ਨੂੰ ਬੰਦਾ ਸਨਮਾਨ ਜੋ ਹੈ ਭਾਈ ਜਸਵਿੰਦਰ ਸਿੰਘ ਜੀ ਜੋਸ਼, ਉਹਨਾਂ ਨੂੰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਦੇ ਹਾਂ ਅਸੀਂ ਬੱਚੇ ਸਿੱਖੀ ਨਾਲੋਂ ਟੁੱਟਦੇ, ਪਹਿਲਾ ਬੱਚਾ ਦਾ ਪੱਕ ਰਹਿੰਦੇ ਪੂਰਦੇ ਨੇ। ਨੱਚਣ ਪੁਣਾ ਜਦੋਂ ਟੀਵੀਆਂ ਵਿੱਚ ਵੇਖਦੇ, ਅਦੋਂ ਕਿਉਂ ਨਹੀਂ ਮਾਪੇ ਉਸ ਸਮੇਂ ਬਾਬਾ ਬੱਚਿਆਂ ਨੂੰ ਪੂਰਦੇ। ਪਹਿਲਾਂ ਮਾਵਾਂ ਸਾਖੀਆਂ ਸੁਣਾਉਂਦੀਆਂ ਸੀ, ਭਾਰਦੀਆਂ ਸੀ ਚੱਜ ਕੇ ਔਰ ਸਿੱਖੀ ਦਾ ਦਸਤੂਰ। ਅੱਜ ਦੀਆਂ ਮਾਵਾਂ ਲੈ ਕੇ ਗੋਦੀ ਵਿੱਚ ਬੱਚਿਆਂ ਨੂੰ ਸੀਰੀਅਲ ਦੇਖਦੀਆਂ ਨੇ ਏਕਤਾ ਕਪੂਰ ਦੇ। ਓਏ ਬੀਜਿਓ ਕਿਕਰਾਂ, ਪਾਲਦੇ ਅੰਗੂਰ ਤੁਸੀਂ, ਰੋੜਾ ਵੱਟੇ ਲੱਗਦੇ ਹੋ ਤੇ ਲੱਡੂ ਮੋਤੀ ਚੂਰਦੇ। ਅੱਜ ਕੱਲ ਬੰਦਾ ਉਹ ਕੰਮ ਕਰਦਾ ਜਿਹੜਾ ਉਸਦੇ ਮਨ ਨੂੰ ਚੰਗਾ ਲੱਗਦਾ। ਸਿੱਖ ਮੁੰਡੇ ਵੀ ਟੋਪੀਆਂ ਪਾਈ ਫਿਰਦੇ ਨੇ, ਇਹਨਾਂ ਜੋ ਰੱਜ ਫੈਸ਼ਨ ਦੀ ਅੱਗ ਦਾ ਏ। ਨਹੀਂ ਕਿਸੇ ਪੈਰ ਵਰਗਾ ਟੋਰੇ ਨਾ, ਜਿੰਨਾ ਟੋਰ ਸਰਦਾਰ ਦੀ ਪੱਗ ਦਾ ਏ। ਬੋਲੇ ਸੋਨਿਹਾਲ। ਪੱਗ ਨਹੀਂ ਸਰਦਾਰੀ ਦਾ ਤਾਜ ਹੈ, ਪੱਗ ਨਹੀਂ ਸਰਦਾਰੀ ਦਾ ਤਾਜ ਹੈ। ਇਸ ਨੂੰ ਸਿਰ ਤੋਂ ਕਦੇ ਨਾ ਲੈਣ ਦੇਣਾ, ਵਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਆਪਣੀ ਗੋਦੀ ਵਿੱਚ ਬਹਿਣ ਦੇਣਾ। ਘਰ ਦੇ ਬੱਚਿਆਂ ਦੀ ਜ਼ਿੰਦਗੀ ਬਦਲ ਗਈ, ਕਾਦਰਾਂ ਕੀਮਤੀਆਂ ਨੇ ਗਈਆਂ ਨੇ ਖੋ। ਅੱਜ ਕੱਲ ਮੋਬਾਈਲ ਇਹਨਾਂ ਦੀ ਮਾਂ ਬਣਿਆ, ਕੰਪਿਊਟਰ ਇਹਨਾਂ ਦਾ ਪਿਓ। ਅੱਜ ਕੱਲ ਮੋਬਾਈਲ ਇਹਨਾਂ ਦੀ ਮਾਂ ਬਣਿਆ, ਕੰਪਿਊਟਰ ਇਹਨਾਂ ਦਾ ਪਿਓ। ਅੱਜ ਕੱਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ।